ਵੈਲਕਮ ਸਟੂਡੈਂਟਸ। ਅੱਜ ਅਸੀਂ ਕਰਾਂਗੇ ਟੀਚਿੰਗ ਆਫ ਸੋਸ਼ਲ ਸਟੱਡੀਜ਼ ਦੇ ਸ਼ਾਰਟ ਨੋਟਸ। ਕਿਹੜੇ ਸ਼ਾਰਟ ਨੋਟਸ ਨੇ ਜਿਹੜੇ ਐਗਜ਼ਾਮੀਨੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਨੇ। ਲੈਸਨ 1 ਦੇ ਵਿੱਚ ਮੀਨਿੰਗ ਆਫ ਟੀਚਿੰਗ ਮੈਥਡ, ਪੜ੍ਹਾਉਣ ਦੀਆਂ ਵਿਧੀਆਂ ਦਾ ਅਰਥ, ਅਧਿਆਪਨ ਦੇ ਢੰਗਾਂ ਅਤੇ ਵਿਧੀਆਂ ਦਾ ਵਰਗੀਕਰਨ, ਡੈਫੀਨੇਸ਼ਨ ਟੀਚਿੰਗ ਮੈਥਡਸ ਦੀ, ਭਾਸ਼ਣ ਵਿਧੀ ਉੱਪਰ ਸੰਖੇਪ ਵਿੱਚ ਲਿਖੋ, ਭਾਸ਼ਣ ਵਿਧੀ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ, ਚੰਗੀ ਭਾਸ਼ਣ ਵਿਧੀ ਦੇ ਪੜਾਅ ਕਿਹੜੇ ਹਨ, ਇਸ ਦੇ ਮੈਰਿਟਸ ਤੇ ਡੀਮੈਰਿਟਸ। ਇਸ ਤੋਂ ਬਾਅਦ ਹੈਗਾ ਗਿਵ ਸੁਜੈਸ਼ਨ ਫਾਰ ਮੇਕਿੰਗ ਲੈਕਚਰ ਮੈਥਡ ਮੋਰ ਇਫੈਕਟਿਵ। ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸੁਝਾਅ ਦਿਓ ਭਾਸ਼ਣ ਵਿਧੀ ਨੂੰ। ਡਿਸਕਸ਼ਨ ਮੈਥਡ ਦਾ ਮੀਨਿੰਗ, ਡੈਫੀਨੇਸ਼ਨ, ਚਰਚਾ ਵਿਧੀ ਦੇ ਸਾਰੇ ਕਦਮਾਂ ਬਾਰੇ ਦੱਸੋ, ਆਲ ਸਟੈਪਸ, ਮੈਰਿਟਸ ਐਂਡ ਡੀਮੈਰਿਟਸ। ਫਿਰ ਮੀਨਿੰਗ, ਡੈਫੀਨੇਸ਼ਨ ਦੋਨੇ ਚੀਜ਼ਾਂ ਆ ਸਕਦੀਆਂ ਨੇ ਤੁਹਾਨੂੰ। ਪ੍ਰੋਜੈਕਟ ਮੈਥਡ, ਮੇਨ ਫੀਚਰਸ ਆਫ ਪ੍ਰੋਜੈਕਟ ਮੈਥਡ, ਬੇਸਿਕ ਪ੍ਰਿੰਸੀਪਲਸ ਆਫ ਪ੍ਰੋਜੈਕਟ ਮੈਥਡ, ਸਟੈਪਸ ਇਨ ਪ੍ਰੋਜੈਕਟ ਮੈਥਡ। ਫਿਰ ਹੈਗਾ ਮੈਰਿਟਸ ਤੇ ਡੀਮੈਰਿਟਸ। ਪ੍ਰੋਜੈਕਟ ਵਿਧੀ ਵਿੱਚ ਅਧਿਆਪਕ ਦੀ ਭੂਮਿਕਾ, ਸੋਰਸ ਮੈਥਡ, ਸੋਮਾ ਵਿਧੀ, ਪ੍ਰਾਇਮਰੀ ਸੋਰਸ, ਸੈਕੰਡਰੀ ਸੋਰਸ ਕੀ ਹੁੰਦੇ ਨੇ, ਸਰੋਤਾਂ ਨੂੰ ਕਿਵੇਂ ਵਰਤਿਆ ਜਾਵੇ, ਮੈਰਿਟਸ ਡੀਮੈਰਿਟਸ ਸੋਰਸ ਮੈਥਡ ਦੇ, ਮੀਨਿੰਗ ਆਫ ਸੋਸ਼ਲਾਈਜ਼ਡ ਰੈਸੀਟੇਸ਼ਨ ਮੈਥਡ, ਇਸ ਦੀ ਡੈਫੀਨੇਸ਼ਨ। ਫਿਰ ਇਸ ਦੀ ਨੀਡ, ਲੋੜ ਕੀ ਆ ਸਮਾਜੀਕ੍ਰਿਤ ਉਚਾਰਨ ਵਿਧੀ ਦੀ, ਸਮਾਜਿਕ ਉਚਾਰਨ ਵਿਧੀ ਦੇ ਉਦੇਸ਼। ਅੱਗੇ ਸਮਾਜੀਕ੍ਰਿਤ ਉਚਾਰਨ ਵਿਧੀ ਵਿੱਚ ਅਣਰਸਮੀ ਗਰੁੱਪ ਅਤੇ ਰਸਮੀ ਜਿਹੜੇ ਗਰੁੱਪ ਯੋਜਨਾ ਤਕਨੀਕਾਂ ਨੇ ਉਹ ਕੀ ਨੇ। ਸਮਾਜੀਕ੍ਰਿਤ ਉਚਾਰਨ ਵਿਧੀ ਦੇ ਗੁਣ ਤੇ ਔਗਣ। ਅਨੁਦੇਸ਼ਨਾਤਮਕ ਯੋਜਨਾ ਤੋਂ ਤੁਸੀਂ ਕੀ ਸਮਝਦੇ ਹੋ। ਕੰਸੈਪਟ ਆਫ ਇੰਸਟਰਕਸ਼ਨਲ ਪਲਾਨਿੰਗ, what is the need of instructional planning, importance of instructional planning। ਇਸ ਤੋਂ ਬਾਅਦ ਸੈਕਿੰਡ ਲੈਸਨ ਦੇ ਵਿੱਚ ਡਿਫਾਈਨ ਯੂਨਿਟ ਪਲਾਨ, ਇਕਾਈ ਯੋਜਨਾਬੰਦੀ ਦੀ ਪਰਿਭਾਸ਼ਾ, ਇਕਾਈ ਯੋਜਨਾਬੰਦੀ ਕਿਵੇਂ ਤਿਆਰ ਕੀਤੀ ਜਾਂਦੀ ਹੈ, ਇਸ ਦਾ ਪ੍ਰੋਸੀਜਰ, ਇਸ ਦੇ ਲਾਭ, ਇਕਾਈ ਯੋਜਨਾ ਦੀ ਜ਼ਰੂਰਤ, ਇਕਾਈ ਯੋਜਨਾ ਦਾ ਮਹੱਤਵ, ਪਾਠ ਯੋਜਨਾ ਦਾ ਅਰਥ ਤੇ ਉਦੇਸ਼, ਅਰਥ ਤੇ ਪਰਿਭਾਸ਼ਾ, ਪਾਠ ਯੋਜਨਾ ਦੀਆਂ ਵਿਸ਼ੇਸ਼ਤਾਵਾਂ, ਪਾਠ ਯੋਜਨਾ ਦੀ ਜ਼ਰੂਰਤ, ਸੰਯੁਕਤ ਪਾਠ ਯੋਜਨਾ ਦੇ ਉਪਚਾਰਕ ਕਦਮ, ਸਮਾਜਿਕ ਸਿੱਖਿਆ ਵਿੱਚ ਚਲੰਤ ਮਾਮਲਿਆਂ ਦਾ ਅਰਥ ਤੇ ਪਰਿਭਾਸ਼ਾ, ਪ੍ਰਚਲਿਤ ਮਾਮਲਿਆਂ ਜਾਂ ਘਟਨਾਵਾਂ ਦੀ ਜਾਣਕਾਰੀ ਦੇ ਸੋਮੇ, ਚਲੰਤ ਮਾਮਲਿਆਂ ਦਾ ਸੁਭਾਅ, ਨੇਚਰ, ਸਕੋਪ ਐਂਡ ਏਰੀਆ ਆਫ ਕਰੰਟ ਅਫੇਅਰਸ, ਨੀਡ ਐਂਡ ਇੰਪੋਰਟੈਂਸ ਆਫ ਟੀਚਿੰਗ ਕਰੰਟ ਅਫੇਅਰਸ, ਹਾਊ ਟੂ ਇਨਕਲਕੇਟ ਕਰੰਟ ਅਫੇਅਰਸ ਇਨ ਸਕੂਲ ਕਰਿਕੂਲਮ। ਪ੍ਰਚਲਿਤ ਮਾਮਲਿਆਂ ਨੂੰ ਸਕੂਲ ਦੇ ਪਾਠਕ੍ਰਮ ਵਿੱਚ ਕਿਵੇਂ ਸ਼ਾਮਲ ਕੀਤਾ ਜਾਵੇ। ਫਿਰ ਹੈ ਪ੍ਰਚਲਿਤ ਮਾਮਲਿਆਂ ਨੂੰ ਪੜ੍ਹਾਉਣ ਵਿੱਚ ਅਧਿਆਪਕ ਦਾ ਕੀ ਰੋਲ ਹੈ। ਅੱਗੇ ਥਰਡ ਤੇ ਫੋਰਥ ਲੈਸਨ ਆ ਜਿਹੜਾ ਉਹਦੇ ਕੁਐਸਚਨ ਨੇ ਕੰਸੈਪਟ ਆਫ ਇਵੈਲੂਏਸ਼ਨ, ਡੈਫੀਨੇਸ਼ਨਸ ਆਫ ਇਵੈਲੂਏਸ਼ਨ, ਨੇਚਰ ਆਫ ਇਵੈਲੂਏਸ਼ਨ, ਪਰਪਸਿਸ ਆਫ ਇਵੈਲੂਏਸ਼ਨ, what are techniques of evaluating learners achievement, ਤਕਨੀਕਾਂ ਦੱਸਣੀਆਂ ਨੇ। ਫਿਰ ਲਿਖਤੀ ਪ੍ਰੀਖਿਆਵਾਂ ਕੀ ਹੁੰਦੀਆਂ ਨੇ, ਨਿਰੀਖਣ ਸੰਦ ਤੇ ਢੰਗ ਕੀ ਹੁੰਦੇ ਨੇ, ਮੁਲਾਂਕਣ ਤਕਨੀਕਾਂ ਦੀ ਵਰਗ ਵੰਡ, ਮੌਖਿਕ ਪ੍ਰੀਖਿਆਵਾਂ, ਨਿਬੰਧਾਤਮਕ ਵਸਤੂਆਤਮਕ ਪ੍ਰੀਖਿਆਵਾਂ ਦਾ ਅਰਥ ਤੇ ਪਰਿਭਾਸ਼ਾ ਦੋਨਾਂ ਦੀਆਂ ਅਲੱਗ-ਅਲੱਗ, ਇਹਨਾਂ ਦੋਨਾਂ ਦੀਆਂ ਅਲੱਗ-ਅਲੱਗ ਮੈਰਿਟਸ ਡੀਮੈਰਿਟਸ, ਐਸੇ ਟਾਈਪ, ਆਬਜੈਕਟਿਵ ਟਾਈਪ ਐਗਜ਼ਾਮੀਨੇਸ਼ਨ ਦੇ। ਫਿਰ ਪ੍ਰੇਖਣ ਜਾਂ ਅਵਲੋਕਨ ਦੀਆਂ ਕਿਸਮਾਂ, ਇਸ ਦੇ ਗੁਣ ਤੇ ਔਗਣ, ਪੋਰਟਫੋਲੀਓ ਕੀ ਹੁੰਦਾ ਹੈ, ਪੋਰਟਫੋਲੀਓ ਦੀਆਂ ਵਿਸ਼ੇਸ਼ਤਾਵਾਂ, ਇਸ ਦੇ ਗੁਣ ਔਗਣ, ਵਰਕ ਸੈਂਪਲਸ ਕੀ ਹੁੰਦੇ ਨੇ, ਇਸ ਦੇ ਗੁਣ ਔਗਣ, ਆਂਕਲਨ ਦੀ ਧਾਰਨਾ, ਆਂਕਲਨ ਦੇ ਉਦੇਸ਼, ਆਂਕਲਨ ਦਾ ਮਹੱਤਵ,
ਇਸ ਦੇ ਸਿਧਾਂਤ, ਇਸ ਦੀਆਂ ਅਵਸਥਾਵਾਂ ਜਾਂ ਪੜਾਅ, ਆਕਲਣ ਦੀਆਂ ਕਿਸਮਾਂ, ਫਾਰਮੇਟਿਵ ਅਸੈਸਮੈਂਟ ਦਾ ਮੀਨਿੰਗ ਤੇ ਡੈਫੀਨੇਸ਼ਨ, ਨਿਰਮਾਣਾਤਮਕ ਮੁਲਾਂਕਣ ਦੇ ਉਦੇਸ਼, ਮੰਤਵ, ਮਹੱਤਵ, ਫਿਰ ਆਕਲਣ ਦੀ ਪ੍ਰਕਿਰਿਆ, ਨਿਰਮਾਣਾਤਮਕ ਆਕਲਣ ਦੀ ਪ੍ਰਕਿਰਿਆ, ਫਿਰ ਹੈਗੀਆਂ ਟੈਕਨੀਕਸ ਐਂਡ ਟੂਲਸ ਯੂਜ਼ਡ ਫਾਰ ਫਾਰਮੇਟਿਵ ਅਸੈਸਮੈਂਟ, ਮੈਰਿਟਸ ਐਂਡ ਡੀਮੈਰਿਟਸ ਆਫ ਫਾਰਮੇਟਿਵ ਅਸੈਸਮੈਂਟ, concept of summative assessment, meaning definition of summative assessment, purposes, objectives of summative assessment, importance of summative assessment, merits and demerits of summative assessment, concept, meaning, definitions of CCE, ਨਿਰੰਤਰ ਵਿਆਪਕ ਮੁਲਾਂਕਣ ਦਾ ਅਰਥ, ਸੰਕਲਪ ਤੇ ਪਰਿਭਾਸ਼ਾ, ਇੰਪੋਰਟੈਂਸ ਆਫ CCE, ਸਕੋਲਸਟਿਕ ਆਸਪੈਕਟ ਆਫ CCE, ਨॉन ਸਕੋਲਸਟਿਕ ਆਸਪੈਕਟ ਆਫ CCE, ਮੈਰਿਟਸ ਐਂਡ ਡੀਮੈਰਿਟਸ, ਮਾਡਰਨ ਕੰਸੈਪਟ ਆਫ ਇਵੈਲੂਏਸ਼ਨ। ਹਾਂਜੀ, ਇਹ ਪੇਪਰ ਆ ਜਿਹੜਾ ਈਜ਼ੀ ਆ ਪਰ ਲੈਂਥੀ ਆ, ਤਾਂ ਇਹਦੇ ਵਿੱਚੋਂ ਤੁਹਾਨੂੰ ਇਵੈਲੂਏਸ਼ਨ ਦੇ ਬੇਸ ਦੇ ਉੱਤੇ ਕੁਐਸਚਨ ਆ ਸਕਦੇ ਨੇ। ਤਾਂ ਇਹ ਜਿਹੜੀਆਂ ਵੀਡੀਓਜ਼ ਨੇ 4th ਸਮੈਸਟਰ ਦੇ ਅਸੈਸਮੈਂਟ ਐਂਡ ਇਵੈਲੂਏਸ਼ਨ ਵਾਲੇ ਪੋਰਸ਼ਨ ਦੇ ਵਿੱਚ ਪਾਈਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ CCE ਦੀਆਂ ਤੇ ਬਾਕੀ ਇਵੈਲੂਏਸ਼ਨ ਅਸੈਸਮੈਂਟ ਦੇ ਜਿਹੜੇ ਵੀ ਹੈਗੇ ਨੇ ਪੋਰਸ਼ਨ। ਅੱਜ ਦੀ ਵੀਡੀਓ 'ਚ ਇੰਨਾ ਹੀ, ਫਿਰ ਮਿਲਦੇ ਆ ਨੈਕਸਟ ਵੀਡੀਓ 'ਚ। ਓਕੇ, ਥੈਂਕਸ।